ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਤਰਕਵੇਦ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ 7ਵਾਂ ਲੇਖ ਪੀੜ। ਜੇਕਰ ਪੀੜ ਨੂੰ ਭੁੱਲ ਜਾਣਾ ਸੰਭਵ ਨਾ ਹੁੰਦਾ ਤਾਂ ਕਿਸੇ ਵੀ ਪਰਿਵਾਰ ਵਿੱਚ ਇੱਕ ਤੋਂ ਵਧੇਰੇ ਬੱਚੇ ਨਾ ਹੁੰਦੇ। ਪੀੜ ਦੁੱਖ ਅਤੇ ਸੰਤਾਪ ਦੀ ਸਹਿਯੋਗੀ ਸ਼ਕਤੀ ਹੈ। ਇਹ ਸੁੱਖ ਅਤੇ ਖੁਸ਼ੀ ਦੀ ਵਿਰੋਧੀ ਤਾਕਤ ਹੈ। ਸੁੱਖ ਅਤੇ ਖੁਸ਼ੀ ਦੀ ਆਸ ਸਾਨੂੰ ਜਿਉਂਦੇ ਰਹਿਣ ਵਿੱਚ ਸਹਾਈ ਹੁੰਦੀ ਹੈ, ਜਦੋਂ ਕਿ ਪੀੜ ਜਿਉਂਦੇ ਰਹਿਣ ਲਈ ਲਾਜ਼ਮੀ ਹੈ। ਪੀੜ ਮੋਹ ਦਾ ਸੋਮਾ ਹੁੰਦੀ ਹੈ। ਬੱਚੇ ਅਤੇ ਮਾਂ ਵਿਚਕਾਰ ਮੋਹ ਦੀ ਤੰਦ ਜਨਮ ਪੀੜਾ ਉੱਤੇ ਆਧਾਰਿਤ ਹੁੰਦੀ ਹੈ। ਜਿਨ੍ਹਾਂ ਔਰਤਾਂ ਦੇ ਬੱਚੇ ਆਪਰੇਸ਼ਨ ਨਾਲ ਹੁੰਦੇ ਹਨ, ਉਹਨਾਂ ਦੀ ਸ਼ਖਸੀਅਤ ਵਿੱਚ ਉਹ ਡੂੰਘਾਈ ਨਹੀਂ ਹੁੰਦੀ ਜਿਹੜੀ ਜਨਮ ਪੀੜਾ ਵਿੱਚੋਂ ਗੁਜ਼ਰੀ ਮਾਂ ਵਿੱਚ ਹੁੰਦੀ ਹੈ। ਪੁਰਸ਼ ਦੇ ਮੁਕਾਬਲੇ ਔਰਤ ਨੂੰ ਸਰੀਰਕ ਪੀੜ ਵਧੇਰੇ ਬਰਦਾਸ਼ਤ ਕਰਨੀ ਪੈਂਦੀ ਹੈ। ਇਸੇ ਲਈ ਪੁਰਸ਼ ਦੇ ਮੁਕਾਬਲੇ ਔਰਤ ਵਧੇਰੇ ਨਰਮ ਦਿਲ ਅਤੇ ਮੋਹ ਭਰੀ ਹੁੰਦੀ ਹੈ। ਜਿਸ ਬੱਚੇ ਦੇ ਜੰਮਣ ਵਿੱਚ ਮਾਂ ਨੂੰ ਪੀੜ ਨਹੀਂ ਹੁੰਦੀ, ਉਸ ਬੱਚੇ ਦੇ ਠੀਕ ਹੋਣ ਜਾਂ ਬਚ ਜਾਣ ਦੀ ਸੰਭਾਵਨਾ ਵੀ ਬਹੁਤੀ ਨਹੀਂ ਹੁੰਦੀ। ਨਵ ਜੰਮੇ ਬੱਚੇ ਦੀ ਮਾਂ ਬੱਚੇ ਨੂੰ ਗਰਮ ਪਾਣੀ ਵਿੱਚ ਨਹਾਉਣ ਤੋਂ ਪਹਿਲਾਂ ਪਾਣੀ ਵਿੱਚ ਆਪਣਾ ਹੱਥ ਪਾਉਂਦੀ ਹੈ, ਅਰਥਾਤ ਅਨੁਮਾਨ ਲਾਉਂਦੀ ਹੈ ਕਿ ਬੱਚੇ ਨੂੰ ਸੁੱਖ ਕਿੰਨਾ ਮਿਲੇਗਾ ਤੇ ਪੀੜ ਕਿੰਨੀ ਹੋਵੇਗੀ। ਆਮ ਤੌਰ ਤੇ ਅਸੀਂ ਪੀੜ ਤੋਂ ਬਚਣ ਦਾ ਉਪਰਾਲਾ ਕਰਦੇ ਹਾਂ, ਪਰ ਕਈ ਵਾਰ ਪੀੜ ਨੂੰ ਜੀ ਆਇਆਂ ਵੀ ਕਹਿੰਦੇ ਹਾਂ। ਜਦੋਂ ਪੀੜ ਦਾ ਨਤੀਜਾ ਸਾਡੀ ਇੱਛਾ ਅਨੁਸਾਰ ਨਿਕਲਣਾ ਹੋਵੇ ਤਾਂ ਸਾਡੇ ਵਿੱਚ ਪੀੜ ਬਰਦਾਸ਼ਤ ਕਰਨ ਦੀ ਅਥਾਹ ਸਮਰੱਥਾ ਪੈਦਾ ਹੋ ਜਾਂਦੀ ਹੈ। ਪਰੰਪਰਾਗਤ ਸਮਾਜ ਵਿੱਚ 3 ਧੀਆਂ ਦੀ ਮਾਂ ਜਦੋਂ ਪੁੱਤਰ ਨੂੰ ਜਨਮ ਦਿੰਦੀ ਹੈ ਤਾਂ ਕਿਹੜੀ ਪੀੜ ਹੈ ਜਿਹੜੀ ਉਹ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੁੰਦੀ। ਜਦੋਂ ਸਾਡੇ ਜੀਵਨ ਵਿੱਚ ਪੀੜ ਦੇ ਅਸਲ ਮੌਕੇ ਨਾ ਹੋਣ ਤਾਂ ਅਸੀਂ ਕਈ ਮੌਕੇ ਆਪ ਪੈਦਾ ਕਰਦੇ ਹਾਂ। ਖੇਤਰ ਕੋਈ ਵੀ ਹੋਵੇ, ਹਰ ਕਲਾਕਾਰ ਕੋਈ ਰਚਨਾ ਕਰਨ ਸਮੇਂ ਵਿਸ਼ਾਲ ਅਤੇ ਡੂੰਘੀ ਪੀੜ ਅਨੁਭਵ ਕਰਦਾ ਹੈ। ਸਾਡੀ ਸ਼ਖਸੀਅਤ ਉਸੇ ਅਨੁਪਾਤ ਵਿੱਚ ਨਿਖਰੇਗੀ ਜਿਸ ਅਨੁਪਾਤ ਵਿੱਚ ਅਸੀਂ ਪੀੜ ਅਨੁਭਵ ਕਰਾਂਗੇ। ਮਹਾਨ ਪੁਰਖਾਂ ਨੂੰ ਯਾਦ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਸਰੀਰਕ ਅਤੇ ਮਾਨਸਿਕ ਪੀੜ ਨੂੰ ਖਿੜੇ ਮੱਥੇ ਬਰਦਾਸ਼ਤ ਕੀਤਾ ਸੀ। ਹਰ ਧਰਮ ਦਾ ਇਤਿਹਾਸ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ। ਪੀੜ ਇੱਕ ਵਿਆਪਕ ਸੰਕਲਪ ਹੈ, ਪਰ ਅਸੀਂ ਪੀੜ ਦੇ ਵਿਭਿੰਨ ਅਨੁਭਵਾਂ ਲਈ ਇੱਕ ਹੀ ਸ਼ਬਦ ਵਰਤਣ ਦੇ ਆਦੀ ਹਾਂ। ਮੁੱਖ ਤੌਰ ਉੱਤੇ ਪੀੜ ਦੀਆਂ 2 ਪ੍ਰਮੁੱਖ ਵੰਨਗੀਆਂ ਹਨ: ਸਰੀਰਕ ਪੀੜ ਅਤੇ ਮਾਨਸਿਕ ਪੀੜ। ਸਰੀਰਕ ਪੀੜ ਮਾਨਸਿਕ ਪੀੜ ਵੱਲ ਵੱਧਦੀ ਹੈ ਅਤੇ ਅਨੇਕਾਂ ਵਾਰੀ ਦੋਵੇਂ ਪ੍ਰਕਾਰ ਦੀ ਪੀੜ ਇੱਕ ਦੂਜੀ ਵਿੱਚ ਅਭੇਦ ਹੋ ਜਾਂਦੀ ਹੈ। ਹਰ ਇੱਕ ਵਿਅਕਤੀ ਵਿੱਚ ਦੋਵੇਂ ਪ੍ਰਕਾਰ ਦੀ ਪੀੜ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਅਤੇ ਦੋਵੇਂ ਪ੍ਰਕਾਰ ਦੀ ਪੀੜ ਪ੍ਰਤੀ ਦ੍ਰਿਸ਼ਟੀਕੋਣ ਵੱਖਰਾ ਹੁੰਦਾ ਹੈ। ਨਿਰਾਸ਼ਤਾ, ਕਿਸੇ ਪਿਆਰੇ ਦਾ ਵਿਛੋੜਾ, ਪ੍ਰਸੂਤ ਪੀੜਾ, ਅਸਫਲਤਾ, ਹਾਰ, ਬੇਇੱਜ਼ਤੀ, ਅੱਗ ਨਾਲ ਝੁਲਸ ਜਾਣਾ ਆਦਿ ਅਜਿਹੇ ਅਨੁਭਵ ਹਨ ਜੋ ਸਾਡੇ ਵਰਤਾਰੇ ਨੂੰ ਨਿਰਧਾਰਤ ਕਰਦੇ ਹਨ। ਕਈ ਵਾਰੀ ਮਾਨਸਿਕ ਪੀੜ ਇਤਨੀ ਅਸਹਿ ਹੁੰਦੀ ਹੈ ਕਿ ਉਸ ਵੱਲੋਂ ਧਿਆਨ ਮੋੜਨ ਲਈ ਵਿਅਕਤੀ ਸਰੀਰਕ ਪੀੜ ਦੀ ਇੱਛਾ ਕਰਨ ਲੱਗ ਪੈਂਦਾ ਹੈ। ਕਈ ਵਾਰ ਵਿਅਕਤੀ ਆਰਾਮ ਕਰਨ ਕਰਕੇ, ਮੌਜਾਂ ਮਾਣ ਕੇ ਖੁਸ਼ੀ, ਸੁੱਖ ਆਦਿ ਤੋਂ ਇਸ ਹੱਦ ਤੱਕ ਉਚਾਟ ਹੋ ਜਾਂਦਾ ਹੈ ਕਿ ਉਸ ਦੇ ਮਨ ਵਿੱਚ ਸਰੀਰਕ ਪੀੜ ਵਾਲੀ ਕਸਰਤ ਜਾਂ ਕਾਰਜ ਲਈ ਤੜਪ ਉੱਠਦੀ ਹੈ। ਸਾਡੇ ਦਿਮਾਗ ਵਿੱਚ ਪੀੜ ਨੂੰ ਅਨੁਭਵ ਕਰਨ ਵਾਲਾ ਇੱਕ ਵਿਸ਼ੇਸ਼ ਭਾਗ ਹੁੰਦਾ ਹੈ ਅਤੇ ਕਈ ਵਾਰੀ ਉਸ ਦੀ ਵਰਤੋਂ ਕਰਨ ਲਈ ਵਿਅਕਤੀ ਆਪ ਮੁਹਾਰੇ ਪ੍ਰੇਰਿਆ ਜਾਂਦਾ ਹੈ। ਜਿਵੇਂ ਲਗਾਤਾਰ ਮਿੱਠੀਆਂ ਚੀਜ਼ਾਂ ਖਾ ਕੇ ਅਸੀਂ ਅੱਕ ਜਾਂਦੇ ਹਾਂ ਅਤੇ ਕੁਝ ਖੱਟਾ ਕੌੜਾ ਖਾਣ ਨੂੰ ਦਿਲ ਕਰਦਾ ਹੈ, ਇਵੇਂ ਹੀ ਪੀੜ ਬਾਰੇ ਕਿਹਾ ਜਾ ਸਕਦਾ ਹੈ। ਪਰ ਲਗਾਤਾਰ ਪੀੜ ਬਰਦਾਸ਼ਤ ਕਰਨ ਕਾਰਨ ਦਿਮਾਗ ਦੇ ਖੁਸ਼ੀ ਅਨੁਭਵ ਕਰਨ ਵਾਲੇ ਭਾਗ ਦੇ ਖੁੰਡੇ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ। ਤੰਦਰੁਸਤੀ ਲਈ ਦੋਵਾਂ ਅਨੁਭਵਾਂ ਵਿੱਚ ਸੰਤੁਲਨ ਜ਼ਰੂਰੀ ਹੈ। ਦੁੱਖ ਅਤੇ ਸੁੱਖ ਸੰਬੰਧੀ ਸਾਰੀ ਚਰਚਾ ਇਸੇ ਵੱਲ ਇਸ਼ਾਰਾ ਕਰਦੀ ਹੈ। ਦੁੱਖ ਅਤੇ ਸੁੱਖ ਜ਼ਿੰਦਗੀ ਦੇ 2 ਪਾਸੇ ਹਨ, 2 ਪਹੀਏ ਹਨ। ਇਹਨਾਂ ਦੋਹਾਂ ਅਨੁਭਵਾਂ ਨੂੰ ਇੱਕ ਦੂਜੇ ਦੇ ਹਵਾਲੇ ਨਾਲ ਹੀ ਸਮਝਿਆ ਜਾ ਸਕਦਾ ਹੈ। ਸਰੀਰ ਦੇ ਕਈ ਭਾਗ ਅਜਿਹੇ ਹਨ ਜਿਹੜੇ ਪੀੜ ਮੁਕਤ ਹਨ। ਖੋਪਰੀ ਉੱਤੇ ਦਬਾਅ ਨਾਲ ਤਾਂ ਪੀੜ ਹੋ ਸਕਦੀ ਹੈ, ਪਰ ਦਿਮਾਗ ਨੂੰ ਜਿਵੇਂ ਮਰਜ਼ੀ ਕੱਟ ਵੱਢ ਲਓ, ਪੀੜ ਨਹੀਂ ਹੁੰਦੀ। ਪੀੜ ਨਾਲ ਚਮੜੀ ਦਾ ਰੰਗ ਫਿੱਕਾ ਪੈ ਜਾਂਦਾ ਹੈ। ਅੰਤਾਂ ਦੀ ਪੀੜ ਨਾਲ ਉਲਟੀ ਆ ਸਕਦੀ ਹੈ, ਪਸੀਨਾ ਆਮ ਆਉਂਦਾ ਹੈ, ਅੱਖਾਂ ਸੁੰਗੜ ਜਾਂਦੀਆਂ ਹਨ। ਕਮਜ਼ੋਰ ਸੋਚ ਵਾਲੇ ਵਿਅਕਤੀ ਪੀੜ ਨਾਲ ਬੇਹੋਸ਼ ਹੋ ਜਾਂਦੇ ਹਨ, ਜਦੋਂ ਕਿ ਅਸੂਲ ਦੀ ਲੜਾਈ ਲੜਨ ਵਾਲੇ ਡਟੇ ਰਹਿੰਦੇ ਹਨ। ਮਾਨਸਿਕ ਤਣਾਅ ਜਾਂ ਚਿੰਤਾ ਸਰੀਰਕ ਪੀੜ ਨੂੰ ਜਰਬਾਂ ਦਿੰਦੀ ਹੈ। ਗੁਰੂ ਅਰਜਨ ਦੇਵ ਆਪਣੇ ਸ਼ਾਂਤ ਮਨ ਕਰਕੇ ਹੀ ਤਤੀ ਤਵੀ ਤੇ ਬੈਠੇ ਰਹੇ। ਆਪਣੇ ਦ੍ਰਿੜ ਇਰਾਦੇ ਕਾਰਨ ਹੀ ਭਗਤ ਸਿੰਘ ਫਾਂਸੀ ਦੇ ਤਖਤੇ ਉੱਤੇ ਵੀ ਆਜ਼ਾਦੀ ਦੇ ਨਾਅਰੇ ਲਾਉਂਦਾ ਰਿਹਾ ਸੀ।
ਕਈ ਵਾਰੀ ਦੋ ਵਿਅਕਤੀਆਂ ਦੀ ਸੰਪੂਰਨ ਇਕਮਿਕਤਾ ਉਹਨਾਂ ਦੇ ਪੀੜ ਦੇ ਅਨੁਭਵ ਵਿੱਚ ਵੀ ਸਾਂਝ ਉਪਜਾਉਂਦੀ ਹੈ। ਸ਼ਾਇਦ ਇਸੇ ਲਈ ਕਿਸੇ ਨੇ ਕਿਹਾ ਹੈ, ਅੱਖ ਮੇਰੇ ਯਾਰ ਦੀ ਦੁਖੇ, ਲਾਲੀ ਮੇਰੀਆਂ ਅੱਖਾਂ ਵਿੱਚ ਰੜਕੇ। ਕਈ ਵਾਰੀ ਤਕਲੀਫ ਕਿਧਰੇ ਹੁੰਦੀ ਹੈ ਪਰ ਦਰਦ ਕਿਧਰੇ ਹੋਰ ਹੁੰਦਾ ਹੈ। ਕਿਸੇ ਦੀ ਲੱਤ ਕੱਟਣ ਸਮੇਂ ਪੀੜ ਗਿੱਟੇ ਵਿੱਚ ਹੁੰਦੀ ਹੈ, ਦੰਦ ਕੱਢਣ ਸਮੇਂ ਵੀ ਪੀੜ ਕਿਧਰੇ ਹੋਰ ਹੋ ਰਹੀ ਹੁੰਦੀ ਹੈ। ਸਿਰ ਪੀੜ ਆਮ ਕਰਕੇ ਕਿਸੇ ਵੱਲੋਂ ਨਜ਼ਰ ਅੰਦਾਜ਼ ਕੀਤੇ ਜਾਣ ਜਾਂ ਹਾਰ ਜਾਣ ਜਾਂ ਪਛੜ ਜਾਣ ਦਾ ਰੋਸ ਹੁੰਦੀ ਹੈ। ਕਮਜ਼ੋਰ ਇਰਾਦੇ ਵਾਲੇ ਵਿਅਕਤੀ ਪੀੜ ਤੋਂ ਪਹਿਲਾਂ ਹੀ ਪੀੜ ਅਨੁਭਵ ਕਰਨ ਲੱਗ ਪੈਂਦੇ ਹਨ। ਲਗਾਤਾਰ ਪੀੜ ਜਾਂ ਪੀੜ ਦਾ ਭਿਆਨਕ ਅਨੁਭਵ ਵੀ ਸਾਡੇ ਇਰਾਦੇ ਨੂੰ ਕਮਜ਼ੋਰ ਕਰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ, ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾਂ ਮਾਰਦਾ ਹੈ। ਕਈ ਵਿਅਕਤੀ ਪੀੜ ਦੇ ਅਨੁਭਵ ਸਮੇਂ ਬੜੀ ਬਹਾਦਰੀ ਦਿਖਾਉਂਦੇ ਹਨ। ਅਜਿਹੇ ਵਿਅਕਤੀ ਜਾਂ ਤਾਂ ਪੀੜ ਅਨੁਭਵ ਤੋਂ ਕੋਰੇ ਹੁੰਦੇ ਹਨ ਅਤੇ ਅੜੇ ਰਹਿੰਦੇ ਹਨ, ਜਾਂ ਆਪਣੇ ਉਦੇਸ਼ ਦੀ ਪੂਰਤੀ ਲਈ ਹੋਣ ਵਾਲੀ ਪੀੜ ਨੂੰ ਪਹਿਲਾਂ ਹੀ ਕਿਆਸ ਕੇ ਆਪਣੇ ਮੋਰਚੇ ਤੇ ਡਟੇ ਰਹਿੰਦੇ ਹਨ। ਅਨੁਸ਼ਾਸਨ ਵਿੱਚ ਰਹਿਣ ਵਾਲੇ ਵਿਅਕਤੀ ਦੂਜਿਆਂ ਦੇ ਮੁਕਾਬਲੇ ਪੀੜ ਨੂੰ ਵਧੇਰੇ ਖਿੜੇ ਮੱਥੇ ਬਰਦਾਸ਼ਤ ਕਰਦੇ ਹਨ। ਸਧਾਰਨ ਵਿਅਕਤੀ ਪੀੜ ਤੋਂ ਇਸ ਲਈ ਡਰਦਾ ਹੈ ਕਿਉਂਕਿ ਉਸ ਨੂੰ ਮੌਤ ਪੀੜ ਦਾ ਹੀ ਅਗਲਾ ਪੜਾਅ ਪ੍ਰਤੀਤ ਹੁੰਦੀ ਹੈ। ਦੂਜੇ ਦੀ ਪੀੜ ਵਿੱਚ ਸ਼ਰੀਕ ਹੋਣਾ ਆਪਣੀ ਪੀੜ ਘਟਾਉਣ ਦਾ ਇੱਕ ਢੰਗ ਹੁੰਦਾ ਹੈ। ਇਹੀ ਅਸੂਲ ਸਮਾਜਿਕ ਜੀਵਨ ਦੀ ਚੂਲ ਹੈ। ਇਹੀ ਸੰਕਲਪ ਪਿਆਰ ਦਾ ਆਧਾਰ ਹੈ। ਕਈ ਵਿਅਕਤੀ ਭਾਵਕ ਪੱਧਰ ਉੱਤੇ ਇਤਨੇ ਖਚਿਤ ਹੁੰਦੇ ਹਨ ਕਿ ਉਹਨਾਂ ਨੂੰ ਪੀੜ ਦਾ ਅਨੁਭਵ ਹੀ ਨਹੀਂ ਹੁੰਦਾ। ਮਹੀਵਾਲ ਦਾ ਪੱਟ ਚੀਰਨਾ ਅਤੇ ਸੱਸੀ ਦਾ ਥੜਾਂ ਵਿੱਚ ਰੁਲਣਾ ਅਜਿਹੀਆਂ ਉਦਾਹਰਣਾਂ ਹਨ। ਸਖਤ ਮੁਕਾਬਲੇ ਵਿੱਚ ਜਾਂ ਭੱਖੀ ਹੋਈ ਖੇਡ ਵਿੱਚ ਕਈ ਵਾਰੀ ਖਿਡਾਰੀ ਨੂੰ ਸੱਟ ਲੱਗ ਜਾਂਦੀ ਹੈ ਪਰ ਉਸ ਨੂੰ ਪੀੜ ਦਾ ਪਤਾ ਹੀ ਨਹੀਂ ਲੱਗਦਾ। ਮਹਾਨ ਉਦੇਸ਼ ਲਈ ਜੂਝ ਰਹੇ ਵਿਅਕਤੀ ਪੀੜ ਨੂੰ ਪੀੜ ਨਹੀਂ ਮੰਨਦੇ। ਪੀੜ ਨੂੰ ਨਾ ਮੰਨਣਾ ਬਹਾਦਰੀ ਸਮਝਿਆ ਜਾਂਦਾ ਹੈ ਅਤੇ ਹਰ ਕੋਈ ਬਹਾਦਰ ਅਖਵਾਉਣ ਦਾ ਇਸ਼ਕ ਹੁੰਦਾ ਹੈ। ਬਹਾਦਰ ਕੌਮ ਦਾ ਹਰ ਇੱਕ ਵਿਅਕਤੀ ਪੀੜ ਨੂੰ ਬਰਦਾਸ਼ਤ ਕਰਨ ਵਿੱਚ ਆਪਣਾ ਮਾਣ ਸਮਝਦਾ ਹੈ ਅਤੇ ਉਹ ਮਿਲਣ ਵਾਲੇ ਮਾਣ ਦੀ ਆਸ ਵਿੱਚ ਪੀੜ ਨੂੰ ਖਿੜੇ ਮੱਥੇ ਸਹਾਰਦਾ ਹੈ। ਇਵੇਂ ਹੀ ਕਾਮ ਸੰਭੋਗ ਵਿੱਚ ਪੀੜ ਦੇ ਮੁਕਾਬਲੇ ਆਨੰਦ ਵਧੇਰੇ ਹੋਣ ਕਾਰਨ ਪੀੜ ਦੀ ਪਰਵਾਹ ਨਹੀਂ ਕੀਤੀ ਜਾਂਦੀ। ਕਈ ਮਾਨਸਿਕ ਰੋਗੀ ਦੂਜਿਆਂ ਨੂੰ ਪੀੜ ਦੇ ਕੇ ਖੁਸ਼ ਹੁੰਦੇ ਹਨ ਅਤੇ ਕਈ ਪੀੜ ਪ੍ਰਾਪਤ ਕਰਕੇ ਤਸੱਲੀ ਅਨੁਭਵ ਕਰਦੇ ਹਨ। ਕਿਸੇ ਪਿਆਰੇ ਵੱਲੋਂ ਸਤਾਇਆ ਜਾਣਾ ਸਾਨੂੰ ਰਚਨਾਤਮਕ ਅਤੇ ਆਪਣੀ ਸਹਿਣਸ਼ੀਲਤਾ ਵਧਾਉਣ ਦੇ ਯੋਗ ਬਣਾਉਂਦਾ ਹੈ। ਕੀ ਪੀੜ ਤੋਂ ਬਚਣ ਦਾ ਉਪਰਾਲਾ ਕਰਨਾ ਚਾਹੀਦਾ ਹੈ? ਜੀ ਹਾਂ, ਪਰ ਸਾਰੀਆਂ ਹਾਲਤਾਂ ਵਿੱਚ ਨਹੀਂ। ਪੀੜ ਨੂੰ ਬਰਦਾਸ਼ਤ ਕਰਨਾ ਇੱਕ ਤੰਦਰੁਸਤ ਆਦਤ ਹੈ, ਪਰ ਪੀੜ ਕਰਦੇ ਕੰਨ ਜਾਂ ਦੰਦ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ। ਹਰ ਨਿੱਕੀ ਮੋਟੀ ਪੀੜ ਘਟਾਉਣ ਲਈ ਦਵਾਈ ਲੈਣ ਨਾਲ ਪੀੜ ਬਰਦਾਸ਼ਤ ਕਰਨ ਦੀ ਸਮਰੱਥਾ ਘਟਦੀ ਹੈ ਅਤੇ ਸਮੇਂ ਦੇ ਬੀਤਣ ਨਾਲ ਦਵਾਈ ਦੀ ਵੱਧਦੀ ਮਾਤਰਾ ਆਦਤ ਹੀ ਬਣ ਜਾਂਦੀ ਹੈ। ਪੀੜ ਦੀ ਸਥਿਤੀ ਵਿੱਚ ਝਟਪਟ ਦਵਾਈ ਲੈਣ ਵਾਲਾ ਵਿਅਕਤੀ ਡਰਪੋਕ ਬਣ ਜਾਂਦਾ ਹੈ ਅਤੇ ਉਸ ਦਾ ਵਰਤਾਰਾ ਸਾਵਾਂ ਨਹੀਂ ਰਹਿੰਦਾ। ਪੀੜ ਸਾਡੇ ਵਿੱਚ ਹਮਦਰਦੀ, ਸੂਝ, ਸਮਝ ਅਤੇ ਦੂਜਿਆਂ ਦੀਆਂ ਮੁਸ਼ਕਲਾਂ ਅਨੁਭਵ ਕਰਨ ਦੀ ਸਮਰੱਥਾ ਉਪਜਾਉਂਦੀ ਹੈ। ਜਦੋਂ ਕੋਈ ਸਾਡੀ ਪੀੜ ਵੰਡਾਉਂਦਾ ਹੈ, ਅਸੀਂ ਉਸ ਨੂੰ ਸਦਾ ਲਈ ਆਪਣੇ ਦਿਲ ਵਿੱਚ ਵਸਾ ਲੈਂਦੇ ਹਾਂ ਅਤੇ ਉਸ ਨੂੰ ਪਿਆਰੇ ਦੇ ਨਾਂ ਨਾਲ ਪੁਕਾਰਦੇ ਹਾਂ। ਇਵੇਂ ਪੀੜ ਬਹੁਤ ਸਾਰੇ ਮਨੁੱਖੀ ਰਿਸ਼ਤਿਆਂ ਦਾ ਆਧਾਰ ਹੁੰਦੀ ਹੈ। ਸੋ ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਅਗਲੇ ਲੇਖ ਨਾਲ। ਧੰਨਵਾਦ।